चर्चा करांगे। सब तो वड्डी खबर की गल करते हैं नवजोत सिंह सिद्धू ते सीएम चरणजीत सिंह चन्नी दी दोनों बड़े लीडर दिल्ली दरबार से पहुंच गए। उत्थे की होया उहदे बारे गल करते हैं। तो दूसरी सब तो वड्डी खबर गल करते हैं सीएम चन्नी दी। उन्होंने केजरीवाल नूं काला अंग्रेज कह दिता है, जिस तो बाद पंजाब की राजनीति की सियासत गर्म हो गई है। ਇਹਦੇ ਕੀ मतलब और मायने ने ਇਹਦੇ ਤੇ ਗੱਲ ਕਰਾਂਗੇ। ਤੇ ਤੀਸਰੀ ਸਭ ਤੋਂ ਵੱਡੀ ਖਬਰ ਦੀ ਗੱਲ ਕਰਦੇ ਹਾਂ ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਦੇ ਜਿਹੜੇ ਕਿ ਵੱਡੇ ਲੀਡਰ ਸੀ ਉਹ ਬੀਜੇਪੀ 'ਚ ਸ਼ਾਮਲ ਹੋ ਗਏ, ਉਸ ਤੇ ਚਰਚਾ ਕਰਾਂਗੇ। ਤੇ ਚੌਥੀ ਵੱਡੀ ਖਬਰ ਦੀ ਗੱਲ ਕਰਾਂਗੇ ਐਮਐਸਪੀ ਕਾਨੂੰਨ ਬਣਾਉਣ ਦੇ ਲਈ ਕਿਸਾਨਾਂ ਨੇ ਸਰਕਾਰ ਤੇ ਦਬਾਅ ਵਧਾਤਾ, ਜਿਸ ਤੋਂ ਬਾਅਦ ਸਰਕਾਰ ਨੇ 5 ਕਿਸਾਨਾਂ ਦੇ ਨਾਮ ਮੰਗੇ ਹੈ ਕਮੇਟੀ ਬਣਾਉਣ ਦੇ ਲਈ ਤਾਂ ਕਿ ਮਸਲਾ ਜਿਹੜਾ ਹੈ ਹੱਲ ਕੀਤਾ ਜਾ ਸਕੇ। ਇਹਨਾਂ ਸਾਰੇ ਮੁੱਦਿਆਂ ਤੇ ਆਪਾਂ ਇੱਕ ਇੱਕ ਕਰਕੇ ਚਰਚਾ ਕਰਦੇ ਹਾਂ। ਤਾਂ ਸਭ ਤੋਂ ਵੱਡੀ ਜਿਹੜੀ ਖਬਰ ਦੀ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦੀ ਦਿੱਲੀ ਦੇ ਦਰਬਾਰ ਦੇ ਵਿੱਚ ਪਹੁੰਚ ਗਏ ਨੇ। ਦੋਨੋਂ ਲੀਡਰ ਰਾਹੁਲ ਗਾਂਧੀ ਨੂੰ ਮਿਲੇ ਹੈ। ਉੱਥੇ ਕਾਫੀ ਲੰਬੀ ਮੀਟਿੰਗ ਹੋਈ ਹੈ ਦੋਨੋਂ ਲੀਡਰਾਂ ਦੀ ਰਾਹੁਲ ਗਾਂਧੀ ਨਾਲ। ਇਹ ਮੀਟਿੰਗ ਸਪੈਸ਼ਲੀ ਬੁਲਾਈ ਗਈ ਸੀ ਪੰਜਾਬ ਦੀ ਵਿਧਾਨ ਸਭਾ ਦੀ ਚੋਣਾਂ ਨੂੰ ਨਜ਼ਦੀਕ ਦੇਖਦੇ ਹੋਏ। ਇੱਥੇ ਜਿਹੜੀ ਗੱਲਬਾਤ ਹੋਈ ਕਿ ਸੰਗਠਨ ਨੂੰ ਕਿਸ ਤਰੀਕੇ ਨਾਲ ਮਜ਼ਬੂਤ ਕੀਤਾ ਜਾਵੇ, ਕਿਉਂਕਿ ਨਵਜੋਤ ਸਿੰਘ ਸਿੱਧੂ ਜਦ ਦੇ ਪ੍ਰਧਾਨ ਬਣੇ ਆ, ਹਜੇ ਪੰਜਾਬ ਦੇ ਸੰਗਠਨ ਦੇ ਨਵੇਂ ਜ਼ਿਲ੍ਹਾ ਇੰਚਾਰਜ ਪ੍ਰਧਾਨ ਪ੍ਰਭਾਰੀ ਔਰ ਹੋਰ ਜਿਹੜੇ ਫਰੰਟਲ ਮੋਰਚੇ ਹੈ ਉਹਨਾਂ ਦੇ ਨਾਮਾਂ ਦਾ ਐਲਾਨ ਨਹੀਂ ਕੀਤਾ ਗਿਆ। ਔਰ ਦੂਜੇ ਪਾਸੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਨੇ ਚੰਨੀ ਸਾਹਿਬ ਔਰ ਪੰਜਾਬ ਕਾਂਗਰਸ ਨੂੰ ਘੇਰਨਾ ਸ਼ੁਰੂ ਕੀਤਾ ਹੈ, ਉਸ ਤੇ ਸ਼ਿਕੰਜੇ ਤੋਂ ਕਿੱਦਾਂ ਬਾਹਰ ਨਿਕਲਿਆ ਜਾਵੇ, ਕਿੱਦਾਂ ਹਮਲਾਵਰ ਹੋਇਆ ਜਾਵੇ ਔਰ ਕਿਸ ਤਰੀਕੇ ਨਾਲ ਜੋ ਸਰਕਾਰ ਨੇ ਵਾਅਦੇ ਕੀਤੇ ਸੀ ਕਾਂਗਰਸ ਦੀ ਉਹਨੂੰ ਸਮਾਂ ਰਹਿੰਦੇ ਪੂਰਾ ਕਰ ਲਿੱਤਾ ਜਾਵੇ। ਇਸ ਸਾਰਿਆਂ ਮੁੱਦਿਆਂ ਤੇ ਗੱਲ ਹੋਈ ਹੈ। ਫਿਲਹਾਲ ਜਿਸ ਤਰ੍ਹਾਂ ਆਪਾਂ ਗੱਲ ਕਰ ਸਕਦੇ ਹਾਂ ਕਿ ਜਦੋਂ ਪੰਜਾਬ ਦੀ ਵਿਧਾਨ ਸਭਾ ਚੋਣਾਂ ਹੋਈਆਂ ਸੀਗੀਆਂ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਜਿਹੜੇ ਹੁੰਦੇ ਸੀ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਰੇਤ ਸਸਤੀ ਕਰਾਂਗੇ, ਬਿਜਲੀ ਸਸਤੀ ਕਰਾਂਗੇ, ਨਸ਼ਿਆਂ ਦਾ ਲੱਕ ਤੋੜ ਦਾਂਗੇ ਔਰ ਘਰ ਘਰ ਨੌਕਰੀ ਦੇਵਾਂਗੇ। ਇਹ 4 ਵੱਡੇ ਫੈਸਲੇ ਸੀਗੇ। ਉਸ ਤੋਂ ਇਲਾਵਾ ਬੇਅਦਬੀ ਅਤੇ ਕੋਟਕਪੂਰਾ ਵਿੱਚ ਹੋਈ ਫਾਇਰਿੰਗ ਦੇ ਮਾਮਲੇ ਨੂੰ ਲੈ ਕੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਇਨਸਾਫ ਦੇਵਾਂਗੇ। ਇਸ ਮਾਮਲੇ ਦੇ ਵਿੱਚ ਜਿਹੜੇ ਕੰਮ ਰਹਿ ਗਏ ਸੀਗੇ ਉਸ ਤੇ ਚਰਨਜੀਤ ਸਿੰਘ ਚੰਨੀ ਜਦੋਂ 4.5 ਸਾਲ ਦੀ ਗਵਰਨਮੈਂਟ ਖਤਮ ਹੋਈ ਔਰ ਚੰਨੀ ਸਾਹਿਬ ਮੁੱਖ ਮੰਤਰੀ ਪੰਜਾਬ ਬਣੇ ਤਾਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਇਹ ਸਾਰੇ ਵਾਅਦੇ ਪੂਰੇ ਕਰਾਂਗੇ। ਔਰ ਇਹਨਾਂ ਵਾਅਦਿਆਂ ਦੀ ਆਪਾਂ ਗੱਲ ਕਰੀਏ ਤਾਂ 3 ਵੱਡੇ ਵਾਅਦੇ ਬਿਜਲੀ ਦੀ ਜਿਹੜੀ ਰੇਟ ਸੀਗੇ ਉਹ ਉਹਨਾਂ ਨੇ ਘਟਾਤੇ, 3 ਰੁਪਏ ਪਰ ਯੂਨਿਟ ਬਿਜਲੀ ਦੇ ਰਹੇ ਹੈ। ਉਸ ਤੋਂ ਇਲਾਵਾ ਉਹਨਾਂ ਨੇ ਰੇਤ ਦਾ ਜਿੱਥੇ ਗੱਲ ਸੀਗੀ ਮਾਈਨਿੰਗ ਦੀ ਉਹ ਵੀ ਉੱਥੇ ਕਰਪਸ਼ਨ ਖਤਮ ਕਰਨ ਤੋਂ ਇਲਾਵਾ ਰੇਤੇ ਦਾ ਰੇਟ ਜਿਹੜਾ ਸੀਗਾ ਉਹ ਸਸਤਾ ਕਰ ਦਿੱਤਾ ਹੈਗਾ। ਔਰ ਤੀਸਰੀ ਸਭ ਤੋਂ ਵੱਡੀ ਘੋਸ਼ਣਾ ਜਿਹੜੀ ਸੀਗੀ ਉਹ ਸੀਗੀ ਬਿਜਲੀ ਦੇ ਬਿੱਲ ਜਿਹੜੇ ਕਿ 2 ਕਿਲੋਵਾਟ ਦੇ ਸੀਗੇ, ਭਾਵੇਂ ਉਹ 10,000 ਸੀ ਭਾਵੇਂ 5,000 ਸੀ, ਉਹ ਉਹਨਾਂ ਨੇ ਮਾਫ ਕਰਨ ਦਾ ਐਲਾਨ ਕਰ ਦਿੱਤਾ ਹੈ ਔਰ ਉਸ ਮਾਮਲੇ 'ਚ ਕਾਫੀ ਵੱਡੀ ਰਾਹਤ ਜਿਹੜੀ ਹੈ ਲੋਕਾਂ ਨੂੰ ਦਿੱਤੀ ਹੈ। ਇਸ ਤੋਂ ਇਲਾਵਾ ਲਾਲ ਲਕੀਰ ਦੇ ਥੱਲੇ ਰਹਿਣ ਵਾਲੇ ਜਿਹੜੇ ਗਰੀਬ ਪਰਿਵਾਰ ਸੀਗੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਪਲਾਟ ਸੀ ਉਹ ਉਹਨਾਂ ਨੂੰ ਦੇ ਦਿੱਤੇ ਗਏ ਹੈ ਔਰ ਉਹ ਹੁਣ ਉਹ ਪਲਾਟ ਜਿਹੜੇ ਹੈ ਰਜਿਸਟਰੀ ਕਰਾ ਸਕਦੇ ਆ, ਅੱਗੇ ਉਹਦੇ ਤੇ ਕਰਜ਼ ਲੈ ਸਕਦੇ ਆ ਤੇ ਵੇਚ ਵੀ ਸਕਦੇ ਆ। ਤਾਂ ਫਿਲਹਾਲ ਚੰਨੀ ਸਾਹਿਬ ਨੇ ਕਿਤੇ ਨਾ ਕਿਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਵਾਅਦੇ ਸੀ ਉਹ ਪੂਰੇ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਹਜੇ ਜਿਹੜਾ ਸਭ ਤੋਂ ਵੱਡਾ ਮਸਲਾ ਹੈਗਾ ਉਹ ਬੇਅਦਬੀ ਔਰ ਜਿਹੜਾ ਕੋਟਕਪੂਰਾ ਚੱਲੀ ਹੋਈ ਗੋਲੀकांड ਦੇ ਮਸਲੇ ਨੂੰ ਹੈ ਉਹਦਾ ਮਾਮਲਾ ਹਜੇ ਰਹਿੰਦਾ, ਉਹਦੇ 'ਚ ਹਜੇ ਇਨਸਾਫ ਨਹੀਂ ਮਿਲਿਆ। ਇਸ ਤੋਂ ਇਲਾਵਾ ਡਰੱਗਸ ਮਾਮਲੇ ਦੀ ਗੱਲ ਕਰੀਏ ਤਾਂ ਜਿਹੜੀ ਡਰੱਗਸ ਰਿਪੋਰਟ ਦੀ ਆਣੀ ਸੀਗੀ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਦੇ ਕਾਰੋਬਾਰ ਹੋਏ, ਜਵਾਨੀਆਂ ਸਾਡੀਆਂ ਬਰਬਾਦ ਹੋਈਆਂ, ਮੁੰਡੇ ਉਹਨਾਂ ਦੀ ਡੈਥ ਹੋ ਗਈਆਂ। ਸੋ ਉਹ ਇੱਕ ਬੜਾ ਗੰਭੀਰ ਤੇ ਵੱਡਾ ਮਸਲਾ ਸੀਗਾ ਪੰਜਾਬ ਦੇ ਵਿੱਚ। ਉਹਦਾ ਮਸਲਾ ਉਹਦੀ ਜਿਹੜੀ ਐਸਟੀਐਫ ਰਿਪੋਰਟ ਆ ਹਜੇ ਤੱਕ ਨਹੀਂ ਆ ਸਕੀ ਹੈ ਔਰ ਜਿਹੜੇ ਵੱਡੇ ਇਹਦੇ ਜਿਹੜੇ ਨਸ਼ੇ ਦੇ ਕਾਰੋਬਾਰੀ ਸੀਗੇ ਮਗਰਮੱਛ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਪਈ, ਜਿਸ ਤੇ ਬਾਰ-ਬਾਰ ਨਵਜੋਤ ਸਿੰਘ ਸਿੱਧੂ ਅਟੈਕ ਕਰਦੇ ਰਹੇ, ਆਪਣੀ ਸਰਕਾਰ ਦੀ ਖਿਚਾਈ ਕਰਦੇ ਹੈ। ਮੈਂ ਸਮਝਦਾ ਕਿ ਇਹ ਇੱਕ ਅੱਛੀ ਪੋਲਿਟਿਕਸ ਦੀ ਨਿਸ਼ਾਨੀ ਹੈ, ਇਹਦੇ 'ਚ ਕੋਈ ਵਿਰੋਧ ਨਹੀਂ। ਹਾਂ, ਕਦੇ-ਕਦੇ ਸਰਕਾਰ ਨੂੰ ਘੇਰਾ ਪਾਣਾ ਸਰਕਾਰ ਦੇ ਲਈ ਮੁਸੀਬਤ ਹੋ ਜਾਂਦਾ, ਪਰ ਉਹਨਾਂ ਦੇ ਮੁੱਦੇ ਜਿਹੜੇ ਚੱਕੇ ਹੈ ਉਹ ਕੋਈ ਗਲਤ ਨਹੀਂ ਚੱਕੇ। ਪੰਜਾਬ ਦੇ ਲੋਕ ਇਸ ਵੱਲ ਰਾਹ ਦੇਖ ਰਹੇ ਹੈ। ਸੋ ਮੈਂ ਸਮਝਦਾ ਕਿ ਸਿੱਧੂ ਸਾਹਿਬ ਦਾ ਜੋ ਕਹਿਣਾ ਸੀਗਾ ਕਿ ਇਹ ਨਸ਼ਿਆਂ ਦੀ ਰਿਪੋਰਟ ਸਾਹਮਣੇ ਆਣੀ ਸੀ ਤੇ ਬਿਲਕੁਲ ਆਣੀ ਚਾਹੀਦੀ ਹੈ ਔਰ ਉਸ ਤੋਂ ਬਾਅਦ ਔਰ ਚੰਨੀ ਸਾਹਿਬ ਨੂੰ ਵੀ ਜਨਤਾ ਦੇ ਵਿੱਚ ਜਾਣਾ ਹੈ 2022 ਦੀ ਚੋਣਾਂ ਨੂੰ ਲੈ ਕੇ, ਤਾਂ ਉਸ ਦੌਰਾਨ ਜਿਹੜੇ ਇਹ ਮਸਲੇ ਨੇ ਸਾਰੇ ਹੱਲ ਹੋਣਗੇ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਰਿਲੀਫ ਮਿਲੇਗੀ ਕਿ ਜਿਹੜਾ ਨਵਾਂ ਸੀਐਮ ਆਇਆ ਜਾਂ ਕਾਂਗਰਸ ਪਾਰਟੀ ਹੈ ਉਹਨੇ ਆਪਣੇ ਵਾਅਦੇ ਪੂਰੇ ਕੀਤੇ ਹੈ। ਤਾਂ ਘੱਟੋ ਘੱਟ ਸਹੀ ਡਿਸੀਜਨ ਦੇਣ ਦੇ ਲਈ ਲੋਕ ਜ਼ਰੂਰ ਕੋਈ ਨਾ ਕੋਈ ਰਸਤਾ ਅਪਣਾਉਣਗੇ ਔਰ ਪੰਜਾਬ ਦੀ ਕਾਂਗਰਸ ਨੂੰ ਜਿਹਦਾ ਫਾਇਦਾ ਹੋ ਸਕਦਾ ਹੈ। ਹਾਲਾਂਕਿ ਫਾਇਦਾ ਕਿੰਨਾ ਹੋਏਗਾ ਨਹੀਂ ਹੋਏਗਾ ਇਹ ਤਾਂ 2022 ਦੀ ਚੋਣਾਂ ਤੋਂ ਬਾਅਦ ਪਤਾ ਚੱਲੇਗਾ, ਪਰ ਫਿਰ ਵੀ ਕਿਤੇ ਨਾ ਕਿਤੇ ਜਦੋਂ ਪਹਿਲਵਾਨ ਫੀਲਡ ਦੇ ਵਿੱਚ ਉਤਰਦਾ ਹੈ, ਦੰਗਲ ਦੇ ਵਿੱਚ ਉਤਰਦਾ
ਤਾਂ ਘੱਟੋ ਘੱਟ ਉਹਦੇ ਵਿੱਚ ਜਿਹੜੇ ਭਲਵਾਨ ਹੈ ਉਹ ਡਰਦੇ ਨੇ ਕਿ ਜਿਹੜਾ ਭਲਵਾਨ ਆਇਆ ਇਹ ਪੂਰੀ ਮਜ਼ਬੂਤੀ ਨਾਲ ਆਇਆ, ਤਾਂ ਕਿਤੇ ਨਾ ਕਿਤੇ ਉਹਦੇ ਵਿੱਚ ਜਿੱਤ ਹਾਰ ਦਾ ਇੱਕ ਅਨੁਮਾਨ ਜਿਹੜਾ ਉਹ ਜਦੋਂ ਦੋਨੋਂ ਸ਼ਿਕੰਜਾ ਪਾਉਂਦੇ ਭਲਵਾਨ ਉਸ ਤੋਂ ਬਾਅਦ ਹੀ ਪਤਾ ਲੱਗਦਾ ਹੈ। ਪਰ ਇਹ ਹੈ ਕਿ ਕੌਨਫੀਡੈਂਸ ਨਾਲ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਬੜੇ ਗੰਭੀਰ ਨੇ। ਉਹਨਾਂ ਨੇ 18 ਨਿਕਾਤੀ ਜਿਹੜੇ ਪ੍ਰੋਗਰਾਮ ਰਿਲੀਜ਼ ਕੀਤੇ ਸੀ ਉਹਦੇ ਵਿੱਚ ਕਾਫੀ ਵੱਡੇ ਜਿਹੜੇ ਸੀਗੇ ਉਹ ਇਸ ਮਾਮਲੇ ਦੇ ਵਿੱਚ ਹੱਲ ਹੋ ਚੁੱਕੇ ਨੇ। ਹੁਣ ਇਹ ਦੇਖਣਾ ਹੋਵੇਗਾ ਕਿ ਰਾਹੁਲ ਗਾਂਧੀ ਔਰ ਸਿੱਧੂ ਸਾਹਿਬ ਔਰ ਚੰਨੀ ਸਾਹਿਬ ਦੀ ਜਿਹੜੀ ਜੋੜੀ ਹੈ, ਤ੍ਰਿਮੂਰਤੀ ਕਹਿ ਸਕਦੇ ਹਾਂ ਆਪਾਂ ਇਹਨਾਂ ਨੂੰ, ਉਹ ਕਿਸ ਤਰੀਕੇ ਨਾਲ ਪੰਜਾਬ ਦੀ ਡਿਵੈਲਪਮੈਂਟ ਔਰ ਪੰਜਾਬ ਦੀ ਸਰਕਾਰ ਦਾ ਜਿਹੜਾ ਸਮਾਂ ਬਚਿਆ ਹੈ ਉਹਨੂੰ ਕਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੇ ਵੈਲਫੇਅਰ ਲਈ ਕਰਦੇ ਆ, ਇਹ ਦੇਖਣ ਵਾਲਾ ਹੋਏਗਾ। ਇਸ ਦੌਰਾਨ ਜੇ ਆਪਾਂ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀ ਨੇ ਇੱਕ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ 2 ਦਸੰਬਰ ਨੂੰ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇੱਕ ਨਵਾਂ ਤੋਹਫਾ ਦੇਣਗੇ। ਹੁਣ ਇਹ ਤੋਹਫਾ ਕਿਹੜਾ ਹੋਏਗਾ ਇਹ ਆਉਣ ਵਾਲਾ ਟਾਈਮ ਦੱਸੇਗਾ, ਪਰ ਇਹ ਜ਼ਰੂਰ ਹੈ ਕਿ ਕੋਈ ਨਾ ਕੋਈ ਨਵੀਂ ਸੌਗਾਤ ਜ਼ਰੂਰ ਲੈ ਕੇ ਆ ਰਹੇ ਜਿਹਦੇ ਕਰਕੇ ਲੋਕਾਂ ਨੂੰ ਫਾਇਦਾ ਹੋਏਗਾ। ਜਿਸ ਤਰੀਕੇ ਨਾਲ ਉਹਨਾਂ ਨੇ 2 ਕਿਲੋਵਾਟ ਦੇ ਜੀ ਕਨੈਕਸ਼ਨਾਂ ਤੇ ਬਿਜਲੀ ਦੇ ਬਿੱਲ ਮਾਫ ਕੀਤੇ ਔਰ ਕਿਤੇ ਨਾ ਕਿਤੇ ਕਿਸਾਨਾਂ ਦੇ ਕਰਜ਼ ਕੁਝ ਮਾਫ ਕੀਤੇ ਸੀਗੇ ਔਰ ਇਸ ਤਰੀਕੇ ਨਾਲ ਹੋਰ ਜਿਹੜੀ ਡਿਵੈਲਪਮੈਂਟ ਦੀ ਸਕੀਮਾਂ ਚਲਾਈਆਂ ਨੇ ਤੇ ਉਹਦੇ ਨਾਲ ਲੋਕਾਂ ਨੂੰ ਰਾਹਤ ਮਿਲੀ, ਤਾਂ ਜ਼ਾਹਿਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਜਿਹੜੀ ਕਾਂਗਰਸ ਸਰਕਾਰ ਹੈ ਉਹਨੂੰ ਪਬਲਿਕ ਹਿੱਤਾਂ ਦੇ ਜਿਹੜੇ ਫੈਸਲੇ ਲੈਣ ਤੋਂ ਬਾਅਦ ਕਾਂਗਰਸ ਨੂੰ ਫਾਇਦਾ ਹੋ ਸਕਦਾ ਹੈ, ਪਰ ਕਿੰਨਾ ਫਾਇਦਾ ਹੋਵੇਗਾ ਇਹ ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾ। ਉਧਰ ਇੱਕ ਹੋਰ ਪੰਜਾਬ ਦੇ ਵਿੱਚ ਰਾਜਨੀਤੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਸਿਆਸਤ ਦੇ ਵਿੱਚ ਗਰਮਾ ਗਈ ਹੈ। ਚਰਨਜੀਤ ਸਿੰਘ ਚੰਨੀ ਨੇ ਕੇਜਰੀਵਾਲ ਨੂੰ ਕਾਲਾ ਅੰਗਰੇਜ਼ ਕਹਿ ਦਿੱਤਾ, ਜਿਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ 'ਚ ਖਲਬਲੀ ਮਚ ਗਈ। ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਚੰਨੀ ਸਾਹਿਬ ਨੂੰ ਘੇਰਿਆ ਤੇ ਉਹਨਾਂ ਨੂੰ ਕਿਹਾ ਕਿ ਚੰਨੀ ਸਾਹਿਬ ਤੁਸੀਂ ਕੰਮ ਤਾਂ ਕੋਈ ਕੀਤਾ ਨਹੀਂ ਪੰਜਾਬ ਦੇ ਵਿੱਚ, ਹੁਣ ਜਿਹੜੇ ਤੁਹਾਡੇ ਕੰਮ ਨਹੀਂ ਹੋਏ ਉਹਨਾਂ ਨੂੰ ਛੁਪਾਉਣ ਲਈ ਤੁਸੀਂ ਕੇਜਰੀਵਾਲ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਵੀ ਸੀਐਮ ਹੋ ਔਰ ਇਸ ਤਰੀਕੇ ਦੇ ਬਿਆਨ ਨਹੀਂ ਦੇਣੇ ਚਾਹੀਦੇ। ਤੁਹਾਨੂੰ ਨਸੀਹਤ ਦਿੱਤੀ ਉਹਨਾਂ ਨੂੰ ਕਿ ਉਹ ਇਦਾਂ ਦੇ ਬਿਆਨਬਾਜ਼ੀਆਂ ਤੋਂ ਬਚਣ। ਤੇ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜਾ ਬਿਆਨ ਆਇਆ ਕਿਉਂ ਆਇਆ। ਸੋ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਹੁਣ ਜਿਸ ਤਰੀਕੇ ਨਾਲ ਪੰਜਾਬ ਦੀ ਚੋਣਾਂ ਨੂੰ ਬੜਾ ਘੱਟ ਸਮਾਂ ਰਹਿ ਗਿਆ ਔਰ ਕਿਤੇ ਨਾ ਕਿਤੇ ਜਿਹੜੇ ਅਰਵਿੰਦ ਕੇਜਰੀਵਾਲ ਦਾ ਜਿਹੜਾ ਚੋਣ ਪ੍ਰਚਾਰ ਹੈ ਪੰਜਾਬ ਵਿੱਚ ਬੜੀ ਤੇਜ਼ੀ ਨਾਲ, ਬੜੀ ਐਗਰੈਸਿਵਨੈਸ ਦੇ ਤਰੀਕੇ ਨਾਲ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਕਰਕੇ ਕਿਤੇ ਨਾ ਕਿਤੇ ਕਾਂਗਰਸ ਨੂੰ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਲਗਾਤਾਰ ਅਟੈਕ ਹਮਲਾ ਕਰ ਰਹੀ ਹੈ ਔਰ ਜਿਸ ਤਰੀਕੇ ਨਾਲ ਵਿਕਾਸ ਦੇ ਸੁਪਨੇ ਪੰਜਾਬ ਦੇ ਲੋਕਾਂ ਨੂੰ ਦਿਖਾ ਰਹੀ ਹੈ, ਤਾਂ ਕਿਤੇ ਇਹ ਨਾ ਹੋ ਜਾਵੇ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਵੱਲ ਲੱਗ ਜਾਣ। ਤਾਂ ਇਸ ਲਈ ਇੱਦਾਂ ਦੇ ਬਿਆਨ ਵੀ ਦੇ ਰਹੇ ਹੈ ਔਰ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਉਹ ਡਿਵੈਲਪਮੈਂਟ ਦੇ ਜਿਹੜੇ ਐਲਾਨ ਵੀ ਇਸੇ ਲਈ ਕਰ ਰਹੇ ਕਿ ਪੰਜਾਬ ਦੀ ਜਨਤਾ ਗੁੰਮਰਾਹ ਨਾ ਹੋ ਸਕੇ, ਕਿਉਂਕਿ ਆਏ ਦਿਨ ਕੋਈ ਨਾ ਕੋਈ ਐਸਾ ਵਾਅਦਾ ਆ ਰਿਹਾ ਹੈ ਜਿਹਦੇ ਨਾਲ ਜ਼ਰੂਰ ਪੰਜਾਬ ਦੇ ਲੋਕਾਂ ਦੇ ਵਿੱਚ ਸੰਦੇਸ਼ਾ ਜਾ ਰਿਹਾ ਹੈ ਔਰ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਆਪਣੀ ਰਾਏ ਵੀ ਅਲੱਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਸੋ ਐਸੇ ਹਾਲਾਤਾਂ ਦੇ ਵਿੱਚ ਇਹ ਜਿਹੜੀ ਪੋਲਿਟਿਕਸ ਹੁੰਦੀ ਹੈ ਇਸੇ ਲਈ ਹੁੰਦੀ ਹੈ ਕਿ ਉਹ ਆਪਣੇ ਜਿਹੜੇ ਕਾਰਜਕਰਤਾ ਨੇ, ਨੇਤਾ ਨੇ ਜਾਂ ਪੰਜਾਬ ਦੀ ਜਨਤਾ ਹੈਗੀ ਆ ਉਹਦੇ ਵਿੱਚ ਸਰਕਾਰ ਦਾ ਇੱਕ ਪੋਜ਼ਿਟਿਵ ਮਾਹੌਲ ਜਾਵੇ ਔਰ ਆਪੋਜੀਸ਼ਨ ਨੂੰ ਘੇਰਿਆ ਜਾਵੇ, ਆਪੋਜੀਸ਼ਨ ਨੂੰ ਬਦਨਾਮ ਕੀਤਾ ਜਾਵੇ। ਸੋ ਇੱਦਾਂ ਦੇ ਜੁਮਲੇ ਅਪਣਾਏ ਜਾਂਦੇ ਆ। ਹਾਲਾਂਕਿ ਕੇਜਰੀਵਾਲ ਨੇ ਵੀ ਕਿਹਾ ਕਿ ਉਹ ਜਿਹੜੇ ਨੇ ਕਾਲੇ, ਉਹਨਾਂ ਦਾ ਰੰਗ ਜ਼ਰੂਰ ਕਾਲਾ ਹੈ, ਪਰ ਪੰਜਾਬ ਦੀ ਮਾਵਾਂ ਧੀਆਂ ਦਾ ਆਸ਼ੀਰਵਾਦ ਉਹਨਾਂ ਤੇ ਹੈ, ਉਹ ਉਹਨਾਂ ਨੂੰ ਭਰਾ ਸਮਝਦੀਆਂ ਨੇ, ਪਸੰਦ ਕਰਦੀਆਂ ਨੇ। ਸੋ ਇਹਦੇ ਵਿੱਚ ਜਿਹੜੇ ਕਾਂਗਰਸ ਸਰਕਾਰ ਹੈ ਉਹ ਆਪਣੇ ਆਪ ਨੂੰ ਠੀਕ ਕਰੇ, ਉਹ ਆਪਣੀਆਂ ਜਿਹੜੀ ਕਮੀਆਂ ਉਹਨੂੰ ਦੂਰ ਕਰੇ, ਉਹ ਸਾਡੇ ਵੱਲ ਰੰਗ ਦੇ ਵੱਲ ਧਿਆਨ ਨਾ ਦੇਣ। ਰੰਗ ਜਿਹੜਾ ਹੈ ਉਹਦੇ ਨਾਲ ਕੋਈ ਮਾਇਨੇ ਨਹੀਂ ਰੱਖਦਾ, ਵਿਕਾਸ ਦੀ ਰਾਜਨੀਤੀ ਹੋਣੀ ਚਾਹੀਦੀ ਹੈ। ਸੋ ਗੱਲ ਸਹੀ ਹੈ ਕਿ ਪੋਲਿਟਿਕਸ ਦੇ ਵਿੱਚ ਰੰਗ ਰੂਪ ਦਾ ਕੋਈ ਮਕਸਦ ਨਹੀਂ ਹੈ, ਕੋਈ ਮਤਲਬ ਨਹੀਂ ਹੈ। ਲੋਕਾਂ ਨੂੰ ਵਿਕਾਸ ਚਾਹੀਦਾ ਹੈ। ਲੋਕ ਵੋਟਾਂ ਪਾਉਂਦੇ ਨੇ ਕਿ ਉਹਨਾਂ ਦਾ ਜਿਹੜੀ ਸਰਕਾਰ ਆਵੇ, ਚੁਣ ਕੇ ਆਵੇ, ਉਹ ਉਹਨਾਂ ਦੀ ਡਿਵੈਲਪਮੈਂਟ ਕਰੇ, ਉਹਨਾਂ ਦੀ ਖੁਸ਼ਹਾਲੀ ਲਿਆਵੇ ਜੀਵਨ ਦੇ ਵਿੱਚ। ਅਗਰ ਉਹ ਇਸ ਕੰਮ ਦੇ ਵਿੱਚ ਸਰਕਾਰਾਂ ਕਾਮਯਾਬ ਨਹੀਂ ਹੁੰਦੀਆਂ ਤਾਂ ਉਹ ਭਾਵੇਂ ਕਿੰਨੇ ਵੀ ਬਹਾਨੇ ਬਣਾਉਣ, ਉਹਦੇ ਨਾਲ ਕੋਈ ਫਾਇਦਾ ਨਹੀਂ, ਸਰਕਾਰ ਉਹਦੇ ਨਾਲ ਟਿਕਦੀ ਨਹੀਂ, ਸਰਕਾਰ ਨਵੀਆਂ ਆ ਜਾਂਦੀਆਂ ਨੇ। ਤੁਸੀਂ ਦੇਖੋ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਪਿੱਛੇ ਕਈ ਸਰਕਾਰਾਂ ਪੰਜਾਬ ਦੇ ਵਿੱਚ, ਜਿਵੇਂ ਅਕਾਲੀ ਦਲ ਦੀ ਸਰਕਾਰ ਹੈ, ਉਸ ਸਮੇਂ ਉਹਨਾਂ ਨੇ ਵਿਕਾਸ ਕੀਤਾ, ਪਰ ਕੁਝ ਗਲਤੀਆਂ ਨਾਲ ਉਹਨਾਂ ਦੀ ਸਰਕਾਰ ਚਲੇ ਗਈ। ਔਰ ਉਹੀ ਚੀਜ਼ਾਂ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਦੇਖ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੰਬੇ ਚੌੜੇ ਵਾਅਦੇ ਕੀਤੇ ਪਰ ਉਹ ਵਾਅਦੇ ਪੂਰੇ ਨਹੀਂ ਹੋਏ, ਜਿਹਦੇ ਕਰਕੇ ਕਾਂਗਰਸ ਦੀ ਜਿਹੜੀ ਪੋਜੀਸ਼ਨ ਹੈ ਉਹ ਖਰਾਬ ਹੋਈ ਹੈ, ਢਿੱਲੀ ਹੋਈ ਹੈ। ਔਰ ਉਹਦੀ ਰਿਕਵਰੀ ਲਈ ਕਿਤੇ ਨਾ ਕਿਤੇ ਚਰਨਜੀਤ ਸਿੰਘ ਚੰਨੀ ਔਰ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲੱਗੇ ਹੋਏ ਨੇ ਔਰ ਫਟਾਫਟ ਇਸੇ ਲਈ ਕੰਮ ਕਰ ਰਹੇ ਨੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਮਿਲ ਜਾਣ। ਜਿੰਨਾ ਸਮਾਂ ਪਿਆ ਜਿਹੜੇ ਵੱਡੇ ਵਾਅਦੇ ਨੇ ਪੂਰੇ ਕੀਤੇ ਜਾ ਸਕਣ ਔਰ ਉਹ ਜਨਤਾ ਦੇ ਵਿੱਚ ਇੱਕ ਦੁਬਾਰਾ
ਜਦੋਂ ਜਾਣਗੇ ਤਾਂ ਵੋਟਾਂ ਮੰਗ ਸਕਣ ਔਰ ਵੋਟਾਂ ਉਹਨਾਂ ਨੂੰ ਮਿਲ ਸਕਣ। ਸੋ ਇਹ ਸਿਆਸਤ ਹੈ, ਇਹਦੇ ਵਿੱਚ ਜਿਹੜਾ ਰੰਗ ਦੀ ਭੇਦ ਦੀ ਜਿਹੜੀ ਟਿੱਪਣੀਆਂ ਮੇਰੇ ਖਿਆਲ ਨਹੀਂ ਹੋਣੀ ਚਾਹੀਦੀਆਂ। ਇਹ ਸ਼ਿਸ਼ਟਾਚਾਰ ਕਹਿੰਦਾ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਲੋਕ ਨੇ ਉਹ ਗੁਰੇ ਵੀ ਨੇ, ਕਾਲੇ ਵੀ ਨੇ, ਔਰ ਸਾਡੇ ਸੰਵਿਧਾਨ ਦੇ ਵਿੱਚ ਕਿਹਾ ਗਿਆ ਹੈ ਕਿ ਕਦੇ ਵੀ ਕਾਲੇ ਔਰ ਗੋਰੇ ਦਾ ਫਰਕ ਨਹੀਂ ਕਰਨਾ ਚਾਹੀਦਾ। ਇਸ ਤਰੀਕੇ ਦੇ ਨਾਲ ਜਿਹੜੀ ਆਪਸੀ ਪੀਸ ਐਂਡ ਹਾਰਮਨੀ ਹੈ, ਜਿਹੜਾ ਪਿਆਰ ਹੈ, ਭਾਈਚਾਰਾ, ਉਹ ਕਮਜ਼ੋਰ ਹੁੰਦਾ ਹੈ। ਇਸ ਤਰੀਕਾ ਤੋਂ ਸਾਨੂੰ ਬਚਣਾ ਚਾਹੀਦਾ ਹੈ, ਇਸ ਤਰੀਕਿਆਂ ਤੋਂ। ਔਰ ਮੈਨੂੰ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਸਾਹਿਬ ਖੁਦ ਵੀ ਇੱਕ ਸੀਐਮ ਨੇ, ਉਹ ਸ਼ਬਦਾਂ ਦੀ ਮਰਿਆਦਾ ਨੂੰ ਸਮਝਣਗੇ ਔਰ ਅੱਗੇ ਤੋਂ ਇੱਦਾਂ ਦੇ ਕਮੈਂਟ ਤੋਂ ਬਚਣਗੇ, ਕਿਉਂਕਿ ਜਿਹੜੇ ਕਾਲੇ ਅੰਗਰੇਜ਼ਾਂ ਦੀ ਗੱਲ ਕੀਤੀ ਜਾਂਦੀ ਸੀਗੀ, ਉਹ ਕਿਸੇ ਟਾਈਮ ਹਿੰਦੁਸਤਾਨ ਦੇ ਵਿੱਚ ਗੋਰੇ ਰਾਜ ਕਰਦੇ ਸੀ, ਤੇ ਜਦੋਂ ਹਿੰਦੁਸਤਾਨ ਤੋਂ ਗੋਰੇ ਅੰਗਰੇਜ਼ ਚਲੇ ਗਏ ਤਾਂ ਜਦੋਂ ਹਿੰਦੁਸਤਾਨ ਦੇ ਵਿੱਚ ਕੁਝ ਲੀਡਰਾਂ ਨੇ ਕਰਪਸ਼ਨ ਕੀਤੀ ਜਾਂ ਜਾਤੀਆਂ ਕੀਤੀਆਂ ਜਾਂ ਧੱਕੇਸ਼ਾਹੀ ਕੀਤੀ ਤਾਂ ਉਹਨਾਂ ਨੂੰ ਕਾਲੇ ਅੰਗਰੇਜ਼ਾਂ ਦਾ ਨਾਮ ਦਿੱਤਾ ਗਿਆ ਸੀਗਾ। ਸੋ ਚੰਨੀ ਸਾਹਿਬ ਨੂੰ ਘੱਟੋ ਘੱਟ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇੱਦਾਂ ਦੇ ਸ਼ਬਦਾਂ ਦਾ ਉਪਯੋਗ ਨਹੀਂ ਕਰਨਾ ਚਾਹੀਦਾ। ਪੋਜ਼ਿਟਿਵ ਰਾਜਨੀਤੀ ਕਰਨੀ ਚਾਹੀਦੀ ਹੈ ਔਰ ਜਿੱਥੇ ਤੱਕ ਹੋ ਸਕੇ ਲੋਕਤੰਤਰ ਦੇ ਵਿੱਚ ਆਲੋਚਨਾ ਦਾ ਵੀ ਅਧਿਕਾਰ ਹੈ, ਕਰਨੀ ਚਾਹੀਦੀ ਲੀਡਰਾਂ ਦੀ। ਜੇ ਉਹ ਪੰਜਾਬ ਦੇ ਲੋਕਾਂ ਦੇ ਲਈ ਕੋਈ ਅੱਛਾ ਕੰਮ ਨਹੀਂ ਕਰਦੇ, ਭਾਵ ਕਿ ਆਮ ਆਦਮੀ ਪਾਰਟੀ ਜਾਂ ਕੋਈ ਵੀ ਪਾਰਟੀ ਹੈ, ਅਗਰ ਉਹ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਲਈ ਕੰਮ ਨਹੀਂ ਕਰਦੀ ਹੈ ਤਾਂ ਉਹਦੀ ਆਲੋਚਨਾ ਹੋਣੀ ਚਾਹੀਦੀ ਹੈ, ਭਾਵੇਂ ਕਾਂਗਰਸ ਦੀ ਵੀ ਹੋਵੇ। ਜੇ ਕੰਮ ਨਹੀਂ ਕਰਦੀ ਉਹਦੀ ਵੀ ਆਲੋਚਨਾ ਹੋਣੀ ਚਾਹੀਦੀ ਹੈ। ਇਹਦੇ ਸਾਡੇ ਜਿਹੜੇ ਸੰਵਿਧਾਨ ਹੈ, ਸਾਨੂੰ ਉਹਨਾਂ ਨੇ ਹੱਕ ਦਿੱਤਾ ਹੈ, ਪਰ ਜਿਹੜੀ ਆਲੋਚਨਾ ਹੈ, ਨਿੰਦਿਆ ਹੈ, ਉਹ ਪੋਜ਼ਿਟਿਵ ਤਰੀਕੇ ਨਾਲ ਹੋਣੀ ਚਾਹੀਦੀ ਹੈ, ਇੱਕ ਡਿਵੈਲਪਮੈਂਟ ਦੇ ਲਈ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਦਾ ਵਿਅਕਤੀ ਵਿਸ਼ੇਸ਼ ਦੀ ਆਲੋਚਨਾ ਹੋਣੀ ਚਾਹੀਦੀ ਹੈ। ਸੋ ਮੈਂ ਸਮਝਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਬਿਆਨਬਾਜ਼ੀਆਂ ਤੋਂ ਬਚਣਾ ਚਾਹੀਦਾ। ਹਾਂ, ਹਮਲਾਵਰ ਹੋਣਾ ਚਾਹੀਦਾ ਹੈ, ਨੀਤੀਆਂ ਨੂੰ ਲੈ ਕੇ, ਪਾਲਿਸੀਆਂ ਨੂੰ ਲੈ ਕੇ, ਉਹਦੇ ਵਿੱਚ ਖੁੱਲੀ ਛੂਟ ਹੋਣੀ ਚਾਹੀਦੀ ਹੈ, ਲੇਕਿਨ ਮਰਿਆਦਾ ਦਾ ਜਿਹੜਾ ਹਨਨ ਨਹੀਂ ਹੋਣਾ ਚਾਹੀਦਾ। ਇਹਦੇ ਲਈ ਸਾਰੇ ਧੜਿਆਂ ਨੂੰ ਸੋਚਣਾ ਜ਼ਰੂਰ ਚਾਹੀਦਾ ਹੈ। ਗੱਲ ਅਕਾਲੀ ਦਲ ਦੀ ਵੀ ਕਰ ਲਈਏ। ਅਕਾਲੀ ਦਲ ਦੇ ਵੱਡੇ ਲੀਡਰ ਦਿੱਲੀ ਦੇ ਮਨਜਿੰਦਰ ਸਿੰਘ ਸਿਰਸਾ, ਜੋ ਕਿ ਸਿੱਖ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸੀਗੇ, ਉਹ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ। ਬੀਜੇਪੀ ਦੇ ਵੱਡੇ ਲੀਡਰ ਤੇ ਮੰਤਰੀ ਧਰਮਿੰਦਰ ਪ੍ਰਧਾਨ ਤੇ ਸ਼ੇਖਾਵਤ ਨੇ ਉਹਨਾਂ ਨੂੰ ਰਸਮੀ ਤੌਰ ਤੇ ਬੀਜੇਪੀ 'ਚ ਸ਼ਾਮਲ ਕਰਾਇਆ ਦਿੱਲੀ ਵਿੱਚ, ਔਰ ਇਸ ਤੋਂ ਬਾਅਦ ਹੁਣ ਉਹ ਅਕਾਲੀ ਦਲ ਛੱਡ ਕੇ ਆਪਾਂ ਕਹਿ ਸਕਦੇ ਕਿ ਉਹ ਬੀਜੇਪੀ ਦੇ ਲੀਡਰ ਬਣ ਗਏ ਨੇ। ਔਰ ਬੀਜੇਪੀ ਦੇ ਲੀਡਰ ਬਣਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਸਿੱਖਾਂ ਦੇ ਜਿਹੜੇ ਵੱਡੇ ਮਸਲੇ ਪਏ ਨੇ, ਜਿਹੜੇ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪਏ ਨੇ, ਉਹਨਾਂ ਨੂੰ ਹੱਲ ਕਰਾਵਾਂਗੇ। ਔਰ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਬੀਜੇਪੀ ਜਿਹੜੀ ਪਾਰਟੀ ਹੈ ਉਹ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਵਿੱਚ ਸક્ષਮ ਹੈ ਔਰ ਉਹੀ ਉਹਨਾਂ ਦੇ ਮਸਲੇ ਹੱਲ ਕਰ ਸਕਦੇ ਹੈ। ਉਹਨਾਂ ਨੇ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਭਾਵੇਂ ਸਿੱਕਿਮ ਦਾ ਮਸਲਾ ਹੋਵੇ, ਅਸਾਮ ਦਾ ਮਸਲਾ ਹੋਵੇ, ਜੰਮੂ ਦਾ ਮਸਲਾ, ਜਿੱਥੇ ਉਹ ਗੁਰਦੁਆਰਾਂ ਦੀ ਸਮੱਸਿਆ ਹੈਗੀ ਹੈ ਔਰ ਲੋਕਾਂ ਦੀ, ਸਿੱਖ ਸਮਾਜ ਦੀ ਕੋਈ ਪ੍ਰੋਬਲਮ ਹੈ, ਉਹਨੂੰ ਜਲਦ ਤੋਂ ਜਲਦ ਹੱਲ ਕਰਕੇ ਦੇਣਗੇ। ਔਰ ਇਹ ਉਹਨਾਂ ਦਾ ਸੰਕਲਪ ਹੈ। ਉਹ ਸਿੱਖ ਭਾਈਚਾਰੇ ਦੇ ਨਾਲ ਨੇ, ਸਿੱਖ ਸੰਗਤ ਦੇ ਨਾਲ ਨੇ, ਧਰਮ ਦੇ ਨਾਲ ਨੇ। ਤਾਂ ਕਿਤੇ ਨਾ ਕਿਤੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਉਹ ਬੀਜੇਪੀ 'ਚ ਸ਼ਾਮਲ ਹੋ ਗਏ ਹੈ, ਲੇਕਿਨ ਉਹ ਸਿੱਖ ਲਾਈਨ ਤੋਂ ਪਰੇ ਨਹੀਂ ਹੈਗੇ। ਔਰ ਦੂਸਰੀ ਤਰਫ ਅਕਾਲੀ ਦਲ ਨੇ ਉਹਨਾਂ ਦੇ ਬੀਜੇਪੀ 'ਚ ਸ਼ਾਮਲ ਹੋਣ ਦੀ ਆਲੋਚਨਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਉਹਨਾਂ ਦਾ ਬੜਾ ਮਾਣ ਵਧਾਇਆ, ਉਹਨਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਵੀ ਬਣਵਾਇਆ ਔਰ ਉਹ MLA ਵੀ ਰਹੇ। ਔਰ ਉਸ ਤੋਂ ਇਲਾਵਾ ਉਹਨਾਂ ਦੀ ਜਿਸ ਤਰੀਕੇ ਨਾਲ ਸਾਖ ਔਰ ਪਕੜ ਦਿੱਲੀ ਵਿੱਚ ਹੋਈ ਤਾਂ ਉਹਦੇ 'ਚ ਅਕਾਲੀ ਦਲ ਦਾ ਕਿਤੇ ਨਾ ਕਿਤੇ ਸਾਥ ਸੀਗਾ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਅਕਾਲੀ ਦਲ ਦੀ ਵਰਤੋਂ ਕਰਕੇ ਬੀਜੇਪੀ 'ਚ ਸ਼ਾਮਲ ਹੋ ਗਏ। ਕੁਰਸੀ ਦੇ ਸੁੱਖ ਲਈ ਉਹਨਾਂ ਨੇ ਇੱਦਾਂ ਦਾ ਕੀਤਾ। ਇਹ ਕਿਤੇ ਨਾ ਕਿਤੇ ਧੋਖੇਧੜੀ ਦਾ ਮਾਮਲਾ ਹੈਗਾ। ਉਹਨਾਂ ਨੇ ਅਕਾਲੀ ਦਲ ਨੂੰ ਧੋਖਾ ਦਿੱਤਾ ਔਰ ਇੱਦਾਂ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਨੂੰ। ਸੋ ਮੈਂ ਸਮਝਦਾ ਕਿ ਬੀਜੇਪੀ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਗਏ ਨੇ। ਮੈਂ ਸਮਝਦਾ ਕਿ ਇਹਦੇ ਨਾਲ ਬੀਜੇਪੀ ਤਾਕਤਵਰ ਹੋਏਗੀ, ਮਜ਼ਬੂਤ ਹੋਏਗੀ। ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਕਿਸਾਨਾਂ ਨੇ ਲੰਬਾ ਸੰਘਰਸ਼ ਕੀਤਾ, ਕਿਸਾਨੀ ਅੰਦੋਲਨ ਚਲਾਇਆ, ਉਹਦੇ ਕਰਕੇ ਬੀਜੇਪੀ ਦੀ ਸਾਖ ਜਿਹੜੀ ਕਮਜ਼ੋਰ ਹੋਈ ਹੈ। ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਪੂਰੇ ਦੇਸ਼ ਦੇ ਵਿੱਚ ਉਹਨਾਂ ਦੀ ਸਾਖ ਕਮਜ਼ੋਰ ਹੋਈ ਹੈ। ਪੰਜਾਬ ਇੱਕ ਵੱਡਾ ਸੂਬਾ ਹੈ ਔਰ ਇੱਥੇ ਜਿਹੜੀ ਸੁੱਖ ਸੰਪੰਨਤਾ ਹੈ ਔਰ ਉਹ ਇੰਡਸਟਰੀ ਹੈ, ਉਹ ਕਿਤੇ ਨਾ ਕਿਤੇ ਸਾਡੇ ਕੇਂਦਰ ਦੀ ਸਰਕਾਰ ਦੇ ਵਿੱਚ ਟੈਕਸ ਦੇ ਵਿੱਚ ਕਾਫੀ ਕੁਝ ਮਦਦ ਕਰਦੀ ਹੈ। ਔਰ ਇੰਨਾ ਵੱਡਾ ਔਰ ਇੱਕ ਸਮਰਿੱਧ ਸਟੇਟ ਦੇ ਵਿੱਚ ਜਿਸ ਤਰੀਕੇ ਨਾਲ ਬੀਜੇਪੀ ਕਮਜ਼ੋਰ ਹੋਈ ਹੈ, ਬੀਜੇਪੀ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਸਟਰੋਂਗ ਹੋਵੇ। ਔਰ ਜਿਸ ਤਰੀਕੇ ਨਾਲ ਕਿਸਾਨਾਂ ਦਾ ਔਰ ਪੰਜਾਬ ਦੇ ਲੋਕਾਂ ਦਾ ਬੀਜੇਪੀ ਦੇ ਪ੍ਰਤੀ ਨਾਰਾਜ਼ਗੀ ਵਧੀ ਹੈ, ਉਹ ਉਹਨੂੰ ਦੂਰ ਕਰਨਾ ਚਾਹੁੰਦੀ ਹੈ। ਔਰ ਕਿਉਂਕਿ ਕਿਸਾਨਾਂ ਦੇ ਜਿਹੜੇ ਮਸਲੇ ਸੀ, 3 ਖੇਤੀ ਕਾਨੂੰਨ ਜਿਹਨੂੰ ਕਾਲੇ ਕਾਨੂੰਨ ਕਿਹਾ ਜਾ ਰਿਹਾ ਸੀਗਾ, ਬੀਜੇਪੀ ਨੇ ਰੱਦ ਕਰ ਦਿੱਤਾ ਹੈ। ਔਰ ਰੱਦ ਕਰਨ ਤੋਂ ਬਾਅਦ ਹੁਣ MSP ਜਿਹੜੀ ਕਿ ਕਿਸਾਨ ਮੰਗ ਕਰ ਰਹੇ ਸੀ ਕਿ MSP ਇੱਕ ਮਿਨੀਮਮ ਸਪੋਰਟ ਪ੍ਰਾਈਸ ਜਿਹਨੂੰ ਕਿਹਾ ਜਾਂਦਾ ਹੈ ਕਿ ਫਸਲ ਦਾ ਇੱਕ
ਜਿਹੜਾ ਰੇਟ ਹੈ, ਇੱਕ ਘੱਟੋ ਘੱਟ ਰੇਟ ਤੈਅ ਹੋਵੇ, ਉਹ ਹੁਣ ਲਾਗੂ ਕਰਨ ਦੇ ਲਈ ਔਰ ਉਸ ਦੇ ਸੰਬੰਧ ਵਿੱਚ ਕਾਨੂੰਨ ਬਣਾਉਣ ਦੀ ਵਕਾਲਤ ਕਰ ਰਹੀ ਹੈ। ਔਰ ਕੇਂਦਰ ਨੇ ਕਿਤੇ ਨਾ ਕਿਤੇ 5 ਮੈਂਬਰੀ ਕਮੇਟੀ ਦੇ ਨਾਮ ਵੀ ਉਹਨਾਂ ਨੇ ਮੰਗੇ ਕਿ 5 ਕਿਸਾਨਾਂ ਦੇ ਨਾਮ ਦਿਓ, ਅਸੀਂ ਕਮੇਟੀ ਬਣਾ ਕੇ ਇਸ ਮਸਲੇ ਤੇ ਕਾਨੂੰਨ ਲਿਆਈਏ ਤਾਂ ਕਿ ਕਿਸਾਨਾਂ ਦੀ ਜਿਹੜੀ ਮੰਗਾਂ ਨੇ ਔਰ ਉਸ ਤੋਂ ਇਲਾਵਾ ਵੀ ਜਿਹੜੀ ਉਹਨਾਂ ਦੀ ਮੰਗਾਂ ਉਹ ਪੂਰੀ ਕਰਨਾ ਚਾਹੁੰਦੀ ਹੈ। ਸੋ ਇੱਕ ਗੱਲ ਸਾਫ਼ ਹੋ ਗਈ ਹੈ ਕਿ ਬੀਜੇਪੀ ਕਿਸਾਨਾਂ ਦੇ ਇਸ ਅੰਦੋਲਨ ਤੋਂ ਜ਼ਰੂਰ ਡਰ ਗਈ ਹੈ ਔਰ ਉਹ ਹੁਣ ਆਪਣਾ ਫੈਸਲਾ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਕਰਨਾ ਚਾਹੁੰਦੀ ਹੈ, ਕਿਉਂਕਿ ਬੀਜੇਪੀ ਨੂੰ ਬੜਾ ਨੁਕਸਾਨ ਹੋ ਰਿਹਾ ਹੈ। ਪੰਜਾਬ ਦੇ ਵਿੱਚ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਤੇ 2024 ਦੇ ਵਿੱਚ ਹਰਿਆਣਾ ਦੇ ਵਿੱਚ ਵੀ ਚੋਣਾਂ ਨੇ ਔਰ ਇਹਨਾਂ ਨੂੰ ਅਗਰ ਆਪਾਂ ਛੱਡ ਵੀ ਦਿੰਦੇ ਹਾਂ ਤਾਂ ਯੂਪੀ ਦੇ ਵਿੱਚ 2022 ਦੇ ਵਿੱਚ ਜਿਹੜੀ ਚੋਣਾਂ ਹੋਣ ਜਾ ਰਹੀਆਂ ਹੈ ਉਹ ਕਿਤੇ ਨਾ ਕਿਤੇ ਉਸ ਨੂੰ ਲੈ ਕੇ ਬੀਜੇਪੀ ਘਬਰਾ ਗਈ ਹੈ, ਕਿਉਂਕਿ ਕਿਸਾਨ ਜਿਹੜੀ ਸੰਯੁਕਤ ਕਿਸਾਨ ਮੋਰਚਾ ਦੱਸਿਆ ਜਾ ਰਿਹਾ ਉਹਦੇ ਲੀਡਰ ਯੂਪੀ ਜਾਣਾ ਸ਼ੁਰੂ ਹੋ ਗਏ ਸੀ, ਉੱਥੇ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਔਰ ਇਸ ਅੰਦੋਲਨ ਦਾ 70 ਸੀਟਾਂ ਤੇ ਅਸਰ ਦੱਸਿਆ ਜਾ ਰਿਹਾ ਹੈ। ਅਗਰ 70 ਸੀਟਾਂ ਬੀਜੇਪੀ ਹਾਰ ਜਾਂਦੀ ਹੈ ਔਰ ਉਸ ਤੋਂ ਇਲਾਵਾ ਕੁਝ ਹੋਰ ਵੀ ਸੀਟਾਂ ਹਾਰ ਜਾਂਦੀ ਤਾਂ ਉਹ ਸੱਤਾ 'ਚ ਬਾਹਰ ਹੋ ਸਕਦੀ ਹੈ। ਪੰਜਾਬ ਦੀ ਸਿਆਸਤ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ ਅਸੀਂ ਫਿਰ ਨਵੀਂ ਖਬਰਾਂ ਤੇ ਨਵੀਂ ਚਰਚਾ ਕਰਾਂਗੇ। ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ। ਧੰਨਵਾਦ।